हाँ जी, ETT ਦੀ ਅੱਜ ਆਪਣੀ ਇਹ ਕਲਾਸ ਹੈ 22। ਇਸ ਤੋਂ ਪਹਿਲਾਂ 21 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਓ ਜੀ। ਹਾਂਜੀ, ਚੌਥੀ ਯੂਨਿਟ ਆਪਾਂ ਕਰ ਰਹੇ ਹਾਂ। ਚੌਥੀ ਯੂਨਿਟ ਦਾ ਅੱਜ ਦਾ ਟੋਪਿਕ ਹੈ ਜੀ ਵਿਗਿਆਨ ਸਿੱਖਿਆ ਦਾ ਲੋਕਤੰਤਰੀਕਰਨ, ਕ੍ਰਾਂਤਿਕ, ਪੜਚੋਲਿਕ, ਆਲੋਚਨਾਤਮਕ ਸਿੱਖਿਆ ਸ਼ਾਸਤਰ। ਇਹ ਟੋਪਿਕ ਆਪਣਾ ਅੱਜ ਦਾ। ਇਸ ਤੋਂ ਬਾਅਦ ਆਪਣੀ 23 ਕਲਾਸ ਵਿੱਚ ਇਹ ਵਾਲਾ ਟੋਪਿਕ ਜੋ ਲਾਸਟ ਹੈ ਸਾਇੰਸ ਦਾ ਹੀ, ਵਿਗਿਆਨ ਅਤੇ ਸਮਾਜ ਦਾ ਅੰਤਰ ਸੰਬੰਧ, ਅਤੇ ਸਾਇੰਸ ਖਤਮ ਹੋ ਜਾਵੇਗੀ। ਇੱਕ 24 ਕਲਾਸ ਵਿੱਚ ਮੈਂ ਤੁਹਾਨੂੰ ਜੀ ਸੋਲਵਡ ਪੇਪਰ ਕਰਾ ਦੇਵਾਂਗੇ ਜੋ ਪਿਛਲੇ ਸਾਲ ਆਇਆ ਹੋਇਆ ਹੈ, ਅਤੇ ਉਹਨਾਂ ਦੇ 'ਚ ਤੁਹਾਨੂੰ ਪਤਾ ਲੱਗ ਜਾਊਗਾ ਪੇਪਰ ਕਿਸ ਤਰ੍ਹਾਂ ਤੁਸੀਂ ਸੋਲਵ ਕਰਨਾ ਹੈ। 10 ਨੰਬਰ ਵਾਲਾ ਕੁਐਸਚਨ ਕਿਸ ਤਰ੍ਹਾਂ ਲਿਖਣਾ ਹੈ ਅਤੇ 3 ਨੰਬਰ ਵਾਲਾ ਕਿਸ ਤਰ੍ਹਾਂ ਹੀ ਲਿਖਣਾ ਜੀ। ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਵਿਗਿਆਨ ਸਿੱਖਿਆ ਦਾ ਲੋਕਤੰਤਰੀਕਰਨ, ਕ੍ਰਾਂਤਿਕ, ਪੜਚੋਲਕ, ਆਲੋਚਨਾਤਮਕ ਸਿੱਖਿਆ ਸ਼ਾਸਤਰ। ਕ੍ਰਾਂਤਿਕ ਜਾਂ ਪੜਚੋਲਕ ਸਿੱਖਿਆ ਸ਼ਾਸਤਰ ਦਾ ਸੰਕਲਪ ਬ੍ਰਾਜ਼ੀਲ ਦੇ ਸਿੱਖਿਆ ਸ਼ਾਸਤਰੀ ਪਾਓਲੋ ਫਰੇਰੇ ਦੁਆਰਾ ਦਿੱਤਾ ਗਿਆ ਜੀ। ਕ੍ਰਾਂਤਿਕ ਜਾਂ ਪੜਚੋਲਕ ਸਿੱਖਿਆ ਸ਼ਾਸਤਰ ਦਾ ਸੰਕਲਪ ਹੈ ਬ੍ਰਾਜ਼ੀਲ ਦੇ ਸਿੱਖਿਆ ਸ਼ਾਸਤਰ ਪਾਓਲੋ ਫਰੇਰੇ ਦੁਆਰਾ ਦਿੱਤਾ ਗਿਆ ਜੀ। ਇਹ ਕ੍ਰਾਂਤਿਕ ਦਰਸ਼ਨ ਉੱਤੇ ਆਧਾਰਿਤ ਹੈ, ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਿੱਖਿਆ ਦਾ ਮੁੱਢਲਾ ਉਦੇਸ਼ ਸਮਾਜ ਦੀ ਆਲੋਚਨਾਤਮਕ ਚੇਤਨਾ ਦਾ ਵਿਕਾਸ ਕਰਨਾ। ਆਲੋਚਨਾਤਮਕ ਚੇਤਨਾ ਇੱਕ ਅਜਿਹੀ ਯੋਗਤਾ ਹੈ ਜਿਸ ਦੁਆਰਾ ਵਿਅਕਤੀ ਆਪਣੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਦੀ ਪੜਚੋਲ ਕਰ ਸਕਦਾ ਹੈ। ਹਾਂਜੀ, ਜੋ ਇਸ ਵਿੱਚ ਇਹਨਾਂ ਨੇ ਕਿਹਾ ਕ੍ਰਾਂਤਿਕ ਜਾਂ ਪੜਚੋਲਕ ਸਿੱਖਿਆ ਸ਼ਾਸਤਰ ਦਾ ਸੰਕਲਪ ਬ੍ਰਾਜ਼ੀਲ ਦੇ ਸਿੱਖਿਆ ਸ਼ਾਸਤਰੀ ਪਾਓਲੋ ਫਰੇਰੇ ਦੁਆਰਾ ਦਿੱਤਾ ਗਿਆ ਜੀ। ਇਹ ਕ੍ਰਾਂਤਿਕ ਦਰਸ਼ਨ ਉੱਤੇ ਆਧਾਰਿਤ ਹੈ। ਇਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਿੱਖਿਆ ਦਾ ਜੋ ਮੁੱਢਲਾ ਉਦੇਸ਼ ਸਮਾਜ ਦੀ ਆਲੋਚਨਾਤਮਕ ਚੇਤਨਾ ਦਾ ਵਿਕਾਸ ਕਰਨਾ ਹੈ। ਆਲੋਚਨਾਤਮਕ ਚੇਤਨਾ ਕੀ ਹੈ? ਇੱਕ ਅਜਿਹੀ ਯੋਗਤਾ ਹੈ ਜਿਸ ਦੁਆਰਾ ਵਿਅਕਤੀ ਆਪਣੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਦੀ ਪੜਚੋਲ ਕਰ ਸਕਦਾ ਹੈ। ਠੀਕ ਹੈ, ਜੋ ਆਪਣੇ ਰਾਜਨੀਤਿਕ ਆਲੇ ਦੁਆਲੇ, ਸਮਾਜਿਕ, ਆਰਥਿਕ ਤਾਣੇ ਬਾਣੇ ਦੀ ਪੜਚੋਲ ਕਰ ਸਕਦਾ ਹੈ। ਇਹ ਲੋਕਾਂ ਵਿੱਚ ਅਜਿਹੀ ਯੋਗਤਾ ਦਾ ਵਿਕਾਸ ਕਰ ਸਕਦਾ ਹੈ ਜਿਸ ਦੁਆਰਾ ਉਹ ਰਾਜਨੇਤਾਵਾਂ ਅਤੇ ਉੱਚ ਅਧਿਕਾਰੀਆਂ ਨੂੰ ਪ੍ਰਸ਼ਨ ਕਰਨ ਅਤੇ ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੇ ਸਮਰੱਥ ਬਣ ਸਕਦੇ ਹਨ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਲੋਕ ਪੂਰੀ ਤਰ੍ਹਾਂ ਜਾਗਰੂਕ ਹੋਣ, ਉੱਚੇ ਇਕਲਾਖੀ ਦੇ ਧਾਰਨ ਹੋਣ, ਹੱਕ ਸੱਚ ਉੱਤੇ ਖੜ੍ਹਨ ਅਤੇ ਆਪਣੀ ਗੱਲ ਕਹਿਣ ਦਾ ਹੌਸਲਾ ਉਹਨਾਂ ਦੇ ਸੁਭਾਅ ਦਾ ਹਿੱਸਾ ਹੋਵੇ। ਫਰੇਰੇ ਦਾ ਮੰਨਣਾ ਸੀ ਕਿ ਇਸ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ, ਪਰ ਇਹ ਤਾਂ ਹੀ ਸੰਭਵ ਹੈ ਜੇ ਸ਼੍ਰੇਣੀ ਕਮਰੇ ਦਾ ਮਾਹੌਲ ਪੂਰੀ ਤਰ੍ਹਾਂ ਆਜ਼ਾਦ ਅਤੇ ਭੈ ਮੁਕਤ ਹੋਵੇ, ਜਿੱਥੇ ਹਰ ਵਿਦਿਆਰਥੀ ਬਿਨਾਂ ਕਿਸੇ ਝਿਜਕ ਦੇ ਆਪਣੀ ਗੱਲ ਕਹਿ ਸਕੇ, ਹਰ ਕੰਮ ਵਿੱਚ ਹਿੱਸਾ ਲੈ ਸਕੇ, ਪ੍ਰਸ਼ਨ ਕਰ ਸਕੇ ਅਤੇ ਹਰ ਗਲਤ ਅਮਲ ਨੂੰ ਚੁਣੌਤੀ ਦੇ ਸਕੇ। ਸਿੱਖਿਆ ਵਿੱਚ ਇਸ ਤਰ੍ਹਾਂ ਦੇ ਅਮਲ ਨੂੰ ਪੜਚੋਲਕ, ਆਲੋਚਨਾਤਮਕ, ਕ੍ਰਾਂਤਿਕ ਸਿੱਖਿਆ ਸ਼ਾਸਤਰ ਦਾ ਨਾਂ ਦਿੱਤਾ ਗਿਆ ਹੈ। ਇਸ ਨੂੰ ਅਸੀਂ ਸੰਖੇਪ ਵਿੱਚ ਹੇਠ ਲਿਖੇ ਅਨੁਸਾਰ ਬਿਆਨ ਕਰ ਸਕਦੇ ਹਾਂ। ਹਾਂਜੀ, ਫਰੇਰੇ ਨੇ ਦਿੱਤਾ ਸੀ ਜੋ ਇਸ ਦਾ ਆਲੋਚਨਾਤਮਕ ਜਾਂ ਪੜਚੋਲਕ ਸਿੱਖਿਆ ਸ਼ਾਸਤਰ ਦਾ ਸੰਕਲਪ ਕਿਸ ਨੇ ਦਿੱਤਾ ਸੀ? ਫਰੇਰੇ ਨੇ ਦਿੱਤਾ ਸੀ, ਪਾਓਲੋ ਫਰੇਰੇ ਨੇ। ਆਲੋਚਨਾਤਮਕ ਚੇਤਨਾ ਇੱਕ ਅਜਿਹੀ ਯੋਗਤਾ ਹੁੰਦੀ ਹੈ ਜਿਸ ਦੁਆਰਾ ਵਿਅਕਤੀ ਆਪਣੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਦੀ ਪੜਚੋਲ ਕਰ ਸਕਦਾ ਹੈ। ਜੋ ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਬੇਇਨਸਾਫੀ ਉਸ ਦੇ ਖਿਲਾਫ ਹੀ ਆਵਾਜ਼ ਬੁਲੰਦ ਕਰ ਸਕਦਾ ਹੈ। ਫਰੇਰੇ ਦਾ ਮੰਨਣਾ ਸੀ ਕਿ ਇਸ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ ਜੇਕਰ ਸ਼੍ਰੇਣੀ ਕਮਰੇ ਦਾ ਮਾਹੌਲ ਪੂਰੀ ਤਰ੍ਹਾਂ ਆਜ਼ਾਦ ਅਤੇ ਭੈ ਮੁਕਤ ਹੋਵੇ, ਜਿੱਥੇ ਹਰ ਵਿਦਿਆਰਥੀ ਬਿਨਾਂ ਕਿਸੇ ਝਿਜਕ ਦੇ ਆਪਣੀ ਗੱਲ ਕਹਿ ਸਕੇ, ਹਰ ਕੰਮ ਵਿੱਚ ਹਿੱਸਾ ਲੈ ਸਕੇ, ਪ੍ਰਸ਼ਨ ਕਰ ਸਕੇ, ਗਲਤ ਨੂੰ ਚੁਣੌਤੀ ਦੇ ਸਕੇ। ਸਿੱਖਿਆ ਵਿੱਚ ਇਸ ਤਰ੍ਹਾਂ ਦੇ ਅਮਲ ਨੂੰ ਪੜਚੋਲਕ ਜਾਂ ਆਲੋਚਨਾਤਮਕ ਸਿੱਖਿਆ ਸ਼ਾਸਤਰ ਦਾ ਨਾਂ ਦਿੱਤਾ ਗਿਆ ਜੀ। ਇਸ ਨੂੰ ਅਸੀਂ ਹੇਠ ਲਿਖੇ ਅਨੁਸਾਰ ਪੜ੍ਹ ਸਕਦੇ ਹਾਂ। ਇਹ ਪਰਿਭਾਸ਼ਾ ਇਸ ਦੀ। ਕ੍ਰਾਂਤਿਕ ਸਿੱਖਿਆ ਸ਼ਾਸਤਰ ਬਾਲ ਕੇਂਦਰੀ ਸਿੱਖਿਆ ਸ਼ਾਸਤਰ ਹੈ। ਇਹ ਸਿੱਖਿਆਰਥੀਆਂ ਦੇ ਵੱਖਰੇਵੇਂ ਵਿਚਾਰਾਂ ਨੂੰ ਮਾਨਤਾ ਦਿੰਦੇ ਹੋਏ ਖੁੱਲ੍ਹਦਿਲੀ ਦੁਆਰਾ ਸਮੂਹਿਕ ਫੈਸਲੇ ਲੈਣ ਵਿੱਚ ਸਹਾਇਤਾ ਕਰਦਾ ਹੈ। ਇਹ ਵਿਦਿਆਰਥੀ ਦੀ ਆਲੋਚਨਾਤਮਕ ਸੋਚ ਅਤੇ ਲੋਕਤੰਤਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਅਧਿਆਪਕ ਦੇ ਤਾਨਾਸ਼ਾਹੀ ਰਵੱਈਏ ਨੂੰ ਨਕਾਰਦਾ ਹੋਇਆ ਸ਼ਕਤੀਆਂ ਦੀ ਵੰਡ ਜਾਂ ਸਾਂਝੀ ਵਰਤੋਂ ਉੱਤੇ ਉਦੇਸ਼ ਦਿੰਦਾ ਹੈ। ਇਹ ਉਹ ਸਿੱਖਿਆ ਸ਼ਾਸਤਰ ਹੈ ਜਿਹੜਾ ਸਿੱਖਿਆਰਥੀ ਦੇ ਅਨੁਭਵਾਂ ਅਤੇ ਸਹਿਜ ਗਿਆਨ ਨੂੰ ਮਹੱਤਵ ਦਿੰਦਾ ਹੈ, ਉਹਨਾਂ ਨੂੰ ਭੈ ਮੁਕਤ ਅਤੇ ਆਜ਼ਾਦ ਹੋ ਕੇ ਸਿੱਖਣ ਵਿੱਚ ਸਹਾਇਤਾ ਕਰਦਾ ਹੈ। ਹਾਂਜੀ, ਕ੍ਰਾਂਤਿਕ ਸਿੱਖਿਆ ਸ਼ਾਸਤਰ ਬਾਲ ਕੇਂਦਰੀ ਸਿੱਖਿਆ ਸ਼ਾਸਤਰ ਕਹਿੰਦੇ ਇਹ ਸਿੱਖਿਆਰਥੀਆਂ ਦੇ ਵੱਖਰੇ ਵਿਚਾਰਾਂ ਨੂੰ ਮਾਨਤਾ ਦਿੰਦਾ ਹੋਇਆ ਖੁੱਲ੍ਹਦਿਲੀ ਦੁਆਰਾ ਸਮੂਹਿਕ ਫੈਸਲੇ ਲੈਣ ਵਿੱਚ ਸਹਾਇਤਾ ਕਰਦਾ ਹੈ। ਇਹ ਵਿਦਿਆਰਥੀ ਦੀ ਆਲੋਚਨਾਤਮਕ ਸੋਚ ਅਤੇ ਲੋਕਤੰਤਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਅਧਿਆਪਕ ਦੇ ਤਾਨਾਸ਼ਾਹੀ ਰਵੱਈਏ ਨੂੰ ਨਕਾਰਦਾ ਹੋਇਆ ਸ਼ਕਤੀਆਂ ਦੀ ਵੰਡ ਜਾਂ ਸਾਂਝੀ ਵਰਤੋਂ ਉੱਤੇ ਜ਼ੋਰ ਦਿੰਦਾ ਹੈ। ਇਹ ਉਹ ਸਿੱਖਿਆ ਸ਼ਾਸਤਰ ਹੈ
ਜਿਹੜਾ ਸਿਖਿਆਰਥੀ ਦੇ ਅਨੁਭਵਾਂ ਅਤੇ ਸਹਿਜ ਗਿਆਨ ਨੂੰ ਮਹੱਤਵ ਦਿੰਦਾ ਹੈ ਅਤੇ ਉਹਨਾਂ ਨੂੰ ਭੈ ਮੁਕਤ ਅਤੇ ਆਜ਼ਾਦ ਹੋ ਕੇ ਸਿੱਖਣ ਵਿੱਚ ਸਹਾਇਤਾ ਕਰਦਾ ਹੈ। ਰਾਸ਼ਟਰੀ ਪਾਠਕ੍ਰਮ ਚੌਕਟੀ NCF 2005 ਵਿੱਚ ਵੀ ਕ੍ਰਾਤਿਕ ਸਿੱਖਿਆ ਸ਼ਾਸਤਰ ਬਾਰੇ ਜ਼ਿਕਰ ਕੀਤਾ ਗਿਆ ਹੈ। ਇਸ ਦੇ ਮਹੱਤਵ ਦਾ ਵਰਣਨ ਕੀਤਾ ਗਿਆ ਹੈ। NCF 2005 ਵਿੱਚ ਕ੍ਰਾਤਿਕ ਸਿੱਖਿਆ ਸ਼ਾਸਤਰ ਦੇ ਸੰਦਰਭ ਵਿੱਚ ਹੇਠ ਲਿਖੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਨੰਬਰ 1 ਜੋ ਹੈ, ਸ਼੍ਰੇਣੀ ਕਮਰੇ ਵਿੱਚ ਸੰਮਿਲਿਤ ਸਿੱਖਣ ਅਤੇ ਅਧਿਆਪਨ ਸੰਵੇਗਾਂ ਅਤੇ ਅਨੁਭਵਾਂ ਨੂੰ ਮਹੱਤਵਪੂਰਨ ਥਾਂ ਦੇਣੀ ਚਾਹੀਦੀ ਹੈ। ਵਿਦਿਆਰਥੀਆਂ ਦੇ ਅਨੁਭਵ ਅਤੇ ਸਹਿਜ ਗਿਆਨ ਮਹੱਤਵਪੂਰਨ ਹੁੰਦੇ ਹਨ। ਇਸ ਬਾਰੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਹਨਾਂ ਦੇ ਅਜਿਹੇ ਮਾਨਸਿਕ ਹੁਨਰਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਜਿਨ੍ਹਾਂ ਦੁਆਰਾ ਉਹ ਆਜ਼ਾਦਾਨਾ ਤੌਰ 'ਤੇ ਸੋਚ ਸਕਣ ਅਤੇ ਤਰਕ ਕਰ ਸਕਣ। ਸਿਖਿਆਰਥੀ ਜੋ ਕੁਝ ਵੀ ਸਕੂਲ ਤੋਂ ਬਾਹਰ ਸਿੱਖਦੇ ਹਨ ਉਸ ਨੂੰ ਮਹੱਤਵ ਦੇਣਾ ਚਾਹੀਦਾ ਹੈ। ਉਹਨਾਂ ਦੀ ਸਿੱਖਣ ਯੋਗਤਾਵਾਂ, ਸਮਰੱਥਾਵਾਂ ਅਤੇ ਗਿਆਨ ਨੂੰ ਉਹਨਾਂ ਦੇ ਪਾਠਕ੍ਰਮ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਹਾਂਜੀ, ਜੋ ਪਹਿਲਾ ਪੁਆਇੰਟ ਹੈ, ਸ਼੍ਰੇਣੀ ਕਮਰੇ ਵਿੱਚ ਸੰਮਿਲਿਤ ਸਿੱਖਣ ਅਤੇ ਅਧਿਆਪਨ ਸੰਵੇਗਾਂ ਅਤੇ ਅਨੁਭਵਾਂ ਨੂੰ ਮਹੱਤਵਪੂਰਨ ਥਾਂ ਦੇਣੀ ਚਾਹੀਦੀ ਹੈ ਜੀ। ਦੂਸਰੀ ਗੱਲ ਕੀਤੀ, ਵਿਦਿਆਰਥੀਆਂ ਦੇ ਅਨੁਭਵ ਨੂੰ ਸਹਿਜ ਗਿਆਨ ਮਹੱਤਵਪੂਰਨ ਹੁੰਦੇ ਹਨ। ਇਸ ਬਾਰੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਹਨਾਂ ਦੇ ਅਜਿਹੇ ਮਾਨਸਿਕ ਹੁਨਰ ਦਾ ਵਿਕਾਸ ਕਰਨਾ ਚਾਹੀਦਾ ਜਿਨ੍ਹਾਂ ਦੁਆਰਾ ਉਹ ਆਜ਼ਾਦਾਨਾ ਤੌਰ 'ਤੇ ਆਜ਼ਾਦੀ ਨਾਲ ਸੋਚ ਸਕਣ ਅਤੇ ਤਰਕ ਕਰ ਸਕਣ। ਤੀਸਰੇ ਪੁਆਇੰਟ 'ਚ ਜੋ ਸਿਖਿਆਰਥੀ ਜੋ ਕੁਝ ਵੀ ਸਕੂਲ ਤੋਂ ਬਾਹਰ ਸਿੱਖਦਾ ਹੈ ਉਸ ਨੂੰ ਮਹੱਤਵ ਦੇਣਾ ਚਾਹੀਦਾ ਹੈ। ਉਹਨਾਂ ਦੀ ਸਿੱਖਣ ਯੋਗਤਾਵਾਂ, ਸਮਰੱਥਾਵਾਂ ਅਤੇ ਗਿਆਨ ਨੂੰ ਉਹਨਾਂ ਦੇ ਪਾਠਕ੍ਰਮ ਵਿੱਚ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਫੋਰਥ ਪੁਆਇੰਟ ਹੈ, ਵਿਦਿਆਰਥੀ ਆਪਣੀਆਂ ਲੋੜਾਂ ਅਤੇ ਸਥਿਤੀਆਂ ਦੇ ਪੜਚੋਲੀ ਪ੍ਰੇਖਕ ਹੁੰਦੇ ਹਨ। ਉਹਨਾਂ ਦੀ ਸਿੱਖਿਆ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸਰਗਰਮ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਵਿਦਿਆਰਥੀ ਆਪਣੀਆਂ ਲੋੜਾਂ ਅਤੇ ਸਥਿਤੀਆਂ ਦੇ ਪੜਚੋਲਕ ਪ੍ਰੇਖਕ ਹੁੰਦੇ ਹਨ। ਉਹਨਾਂ ਦੀ ਸਿੱਖਿਆ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸਰਗਰਮ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਨੰਬਰ 5 ਜਦੋਂ ਵਿਦਿਆਰਥੀ ਅਤੇ ਅਧਿਆਪਕ ਭੈ ਰਹਿਤ ਮਾਹੌਲ ਵਿੱਚ ਮਿਲ ਕੇ ਆਪਣੇ ਨਿੱਜੀ ਅਤੇ ਸਮੂਹਿਕ ਅਨੁਭਵਾਂ ਨੂੰ ਸਾਂਝਾ ਕਰਦੇ ਹਨ ਤਾਂ ਉਹਨਾਂ ਨੂੰ ਦੂਜਿਆਂ ਬਾਰੇ ਜਾਣਨ ਦਾ ਹੀ ਮੌਕਾ ਮਿਲਦਾ। ਜਦੋਂ ਉਹ ਆਪਣੇ ਨਿੱਜੀ ਅਤੇ ਸਮੂਹਿਕ ਅਨੁਭਵਾਂ ਨੂੰ ਸਾਂਝਾ ਕਰਦੇ ਹਨ ਅਤੇ ਇੱਕ ਦੂਜੇ ਨੂੰ ਜਾਣਨ ਬਾਰੇ ਮੌਕਾ ਮਿਲਦਾ। ਸਿੱਟੇ ਵਜੋਂ ਦੂਜਿਆਂ ਤੋਂ ਡਰਨ ਦੀ ਬਜਾਏ ਉਹਨਾਂ ਵਿਚਲੇ ਅੰਤਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਜਦੋਂ ਵਿਦਿਆਰਥੀ ਆਪਣੇ ਸਮਾਜਿਕ ਅਨੁਭਵਾਂ ਉੱਤੇ ਚਰਚਾ ਕਰਦੇ ਹਨ ਤਾਂ ਆਪਸੀ ਕਸ਼ਮਕਸ਼ ਦਾ ਮਸਲਾ ਖੜ੍ਹਾ ਹੋ ਜਾਂਦਾ ਹੈ। ਇਸ ਮਸਲੇ ਨਾਲ ਨਜਿੱਠਣਾ ਚਾਹੀਦਾ ਹੈ। ਇਸ ਕਸ਼ਮਕਸ਼ ਨੂੰ ਸਿੱਖਿਅਕ ਸ਼ਾਸਤਰੀ ਰਣਨੀਤੀ ਵਜੋਂ ਵਰਤਣਾ ਚਾਹੀਦਾ ਹੈ। ਇਸ ਕਸ਼ਮਕਸ਼ ਦੀ ਵਰਤੋਂ ਕਰਦਿਆਂ ਹੋਇਆ ਵਿਦਿਆਰਥੀ ਦੀ ਇਹ ਸਮਝਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ ਕਿ ਕਸ਼ਮਕਸ਼ ਜਾਂ ਤਕਰਾਰ ਲਈ ਜ਼ਿੰਮੇਵਾਰ ਕਾਰਕਾਂ ਦੀ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਭੂਮਿਕਾ ਹੈ। ਨੰਬਰ 6 ਹੈ, ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਉਹ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਗਿਆਨ ਦੀ ਤੁਲਨਾ ਕਰਨ, ਇਸ ਬਾਰੇ ਸੋਚਣ ਅਤੇ ਇਸ ਦਾ ਸੰਚਾਰ ਕਰਦਿਆਂ ਹੋਇਆ ਇਸ ਉੱਤੇ ਹੀ ਪ੍ਰਸ਼ਨ ਕਰਨ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜੋ ਗਿਆਨ ਦੀ ਤੁਲਨਾ ਕਰਨ, ਇਸ ਬਾਰੇ ਸੋਚਣ ਅਤੇ ਇਸ ਦਾ ਸੰਚਾਰ ਕਰਦਿਆਂ ਹੋਇਆ ਇਸ ਉੱਤੇ ਪ੍ਰਸ਼ਨ ਕਰਨੀ। ਨੰਬਰ 7 ਹੈ, ਗਿਆਨ ਦੇ ਵੱਖ-ਵੱਖ ਮਾਧਿਅਮ ਜਿਵੇਂ ਸਾਹਿਤ, ਅਖਬਾਰਾਂ, ਟੈਲੀਵਿਜ਼ਨ ਆਦਿ ਦੀ ਵਰਤੋਂ ਸਿਖਿਆਰਥੀਆਂ ਵਿੱਚ ਗਤੀਸ਼ੀਲ ਅੰਤਰਕਿਰਿਆ ਲਈ ਕਰਨੀ ਚਾਹੀਦੀ ਹੈ। ਨੰਬਰ 8 ਕ੍ਰਾਤਿਕ ਸਿੱਖਿਆ ਸ਼ਾਸਤਰ ਅਜਿਹਾ ਸਿੱਖਿਆ ਸ਼ਾਸਤਰ ਹੈ ਜਿਹੜਾ ਲਿੰਗ ਭੇਦ, ਵਰਗ, ਜਾਤੀ, ਵਿਸ਼ਵੀ ਨਾ ਬਰਾਬਰੀ ਪ੍ਰਤੀ ਸੰਵੇਦਨਸ਼ੀਲ ਹੈ। ਜੋ ਆਪਣੇ ਲਿੰਗ ਭੇਦ ਹੈ, ਜੋ ਜਾਤੀ ਹੈ, ਇਸ ਦੇ ਪ੍ਰਤੀ ਸੰਵੇਦਨਸ਼ੀਲ ਹੈ ਜੀ। ਇਹ ਸਿਰਫ ਵੱਖ-ਵੱਖ ਨਿੱਜੀ ਅਤੇ ਸਮੂਹਿਕ ਅਨੁਭਵਾਂ ਦੀ ਪ੍ਰੋੜਤਾ ਹੀ ਨਹੀਂ ਕਰਦਾ ਜੀ, ਸਗੋਂ ਸੱਤਾ ਦੇ ਵੱਡੇ ਤਾਣੇ ਬਾਣੇ ਵਿੱਚ ਇਸ ਦੀ ਨਿਸ਼ਾਨਦੇਹੀ ਵੀ ਕਰਦਾ, ਪ੍ਰਸ਼ਨ ਖੜੇ ਕਰਦਾ ਕਿਉਂ ਇਹ ਨਾ ਬਰਾਬਰੀ ਹੈ ਜਾਤੀ ਵਰਗ ਵਿੱਚ। ਜਿਵੇਂ ਕੌਣ ਕਿਸ ਲਈ ਬੋਲ ਰਿਹਾ ਹੈ, ਕਿਸ ਨੂੰ ਕਿਸ ਲਈ ਬੋਲਣ ਦੀ ਆਗਿਆ ਹੈ, ਕਿਸ ਦਾ ਗਿਆਨ ਸਭ ਤੋਂ ਵੱਧ ਮੁੱਲਵਾਨ ਹੈ। ਇਸ ਨੂੰ ਸਹੀ ਰੂਪ ਵਿੱਚ ਸਮਝਣ ਲਈ ਵੱਖ-ਵੱਖ ਸਿਖਿਆਰਥੀਆਂ ਲਈ ਵੱਖ-ਵੱਖ ਰਣਨੀਤੀਆਂ ਅਪਣਾਉਣੀਆਂ ਪੈਣਗੀਆਂ। ਉਦਾਹਰਣ ਵਜੋਂ ਕੁਝ ਇੱਕ ਵਿਦਿਆਰਥੀਆਂ ਨੂੰ ਬੋਲਣ ਲਈ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੋ ਸਕਦਾ ਜਦ ਕਿ ਕੁਝ ਇੱਕ ਦੂਜਿਆਂ ਨੂੰ ਸੁਣਨਾ ਵਧੇਰੇ ਅਹਿਮ ਹੋ ਸਕਦਾ ਹੈ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕ੍ਰਾਤਿਕ ਸਿੱਖਿਆ ਜੋ ਹੈ ਸ਼ਾਸਤਰ ਵਿਦਿਆਰਥੀਆਂ ਨੂੰ ਉਹਨਾਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਨੈਤਿਕ ਪੱਖਾਂ ਬਾਰੇ ਪੜਚੋਲਕ ਚਿੰਤਨ ਦਾ ਮੌਕਾ ਦਿੰਦਾ ਹੈ। ਰਾਜਨੀਤਿਕ ਜੋ ਹੋ ਗਏ, ਸਮਾਜਿਕ ਆਲੇ ਦੁਆਲੇ ਵਾਲੇ, ਆਰਥਿਕ ਜੋ ਇਕਨੋਮਿਕਲ ਹੋ ਗਏ ਅਤੇ ਨੈਤਿਕ ਜੋ ਧਾਰਮਿਕ ਹੋ ਗਏ, ਇਹ ਸਾਰੇ ਪੱਖਾਂ ਬਾਰੇ ਪੜਚੋਲਕ ਚਿੰਤਨ ਦਾ ਮੌਕਾ ਦਿੰਦਾ ਹੈ। ਇਹ ਸਮਾਜਿਕ ਮਸਲਿਆਂ ਉੱਤੇ ਵੱਖਰੇ ਵੱਖਰੇ ਵਿਚਾਰਾਂ ਨੂੰ ਸਵੀਕਾਰਦਾ ਹੈ। ਅੰਤਰਕਿਰਿਆ ਦੇ ਲੋਕਤੰਤਰੀ ਰੂਪ ਲਈ ਵਚਨਬੱਧ ਹੈ। ਪੜਚੋਲਕ ਸਿੱਖਿਆ ਸ਼ਾਸਤਰ ਅਤੇ ਅਧਿਆਪਕ ਦੀ ਭੂਮਿਕਾ ਕੀ ਹੈ। ਸਿੱਖਿਆ ਗਤੀਸ਼ੀਲ ਪ੍ਰਕਿਰਿਆ ਹੈ, ਇਹ ਤਾਂ ਆਪਾਂ ਪੜ੍ਹ ਹੀ ਰਹੇ ਹਾਂ 81st ਅਤੇ 2nd ਈਅਰ ਤੋਂ। ਸਿੱਖਿਆ ਜਿਹੜੀ ਗਤੀਸ਼ੀਲ ਪ੍ਰਕਿਰਿਆ ਕਦੇ ਨਾ ਖਤਮ ਹੋਣ ਵਾਲੀ,
ਰਿਪੀਟਡ ਔਰ ਸੀਟਡ 'ਚ ਵੀ ਤੁਸੀਂ ਦੇਖ ਲਓ ਐਵੇਂ ਦੇ ਕੁਐਸਚਨ ਆਉਂਦੇ ਹਨ। ਸਿੱਖਿਆ ਕਿਹੜੀ ਪ੍ਰਕਿਰਿਆ ਹੈ? ਗਤੀਸ਼ੀਲ। ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਰਹਿੰਦੀ ਹੈ ਜੀ। ਸਮੇਂ ਦੇ ਬੀਤਣ ਨਾਲ ਇਸ ਵਿੱਚ ਤਬਦੀਲੀਆਂ ਵਾਪਰਦੀਆਂ ਹਨ। ਕਿਸੇ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤ ਇਸ ਤਬਦੀਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਵੇਂ ਜਿਵੇਂ ਸਿੱਖਿਆ ਦੇ ਉਦੇਸ਼, ਢੰਗ, ਤਰੀਕੇ, ਤਕਨੀਕਾਂ ਬਦਲਦੀਆਂ ਹਨ, ਉਸੇ ਤਰ੍ਹਾਂ ਅਧਿਆਪਕ ਦੀ ਭੂਮਿਕਾ ਵੀ ਬਦਲਦੀ ਰਹੀ ਹੈ। ਦੇਸ਼ ਵਿੱਚ ਪ੍ਰਚਲਿਤ ਦਾਰਸ਼ਨਿਕ ਰਵਾਇਤਾਂ, ਕਦਰਾਂ ਕੀਮਤਾਂ ਅਨੁਸਾਰ ਸਿੱਖਿਆ ਦਾ ਸਰੂਪ ਅਤੇ ਇਸ ਨਾਲ ਜੁੜੇ ਲੋਕਾਂ ਦੀ ਭੂਮਿਕਾ ਬਦਲਦੀ ਜਾ ਰਹੀ ਹੈ। ਇਸ ਵਿੱਚ ਅਧਿਆਪਕ ਦੀ ਭੂਮਿਕਾ ਵੀ ਲਗਾਤਾਰ ਬਦਲ ਰਹੀ ਹੈ। ਕ੍ਰਾਂਤਿਕ ਸਿੱਖਿਆ ਸ਼ਾਸਤਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਪ੍ਰਚੋਦਨਾਤਮਕ ਚੇਤਨਾ ਦਾ ਵਿਕਾਸ ਕਰਨਾ ਹੀ, ਤਾਂ ਜੋ ਉਹ ਭੈ ਮੁਕਤ ਹੋ ਕੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮਸਲਿਆਂ ਉੱਤੇ ਆਪਣੇ ਵਿਚਾਰ ਰੱਖ ਸਕਣ ਅਤੇ ਪ੍ਰਸ਼ਨ ਉਠਾ ਸਕਣ। ਦੇਸ਼ ਅਤੇ ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਨਾ ਬਰਾਬਰੀ ਖਿਲਾਫ ਆਪਣੀ ਭੂਮਿਕਾ ਅਦਾ ਕਰ ਸਕਣ। ਜੋ ਵੀ ਦੇਸ਼ ਵਿੱਚ ਧੱਕੇਸ਼ਾਹੀ ਅਤੇ ਨਾ ਬਰਾਬਰੀ ਹੋ ਰਹੀ ਹੈ ਉਸ ਖਿਲਾਫ ਆਪਣੀ ਭੂਮਿਕਾ ਅਦਾ ਕਰ ਸਕਣ। ਇਸ ਤਰ੍ਹਾਂ ਦੀ ਸੋਚ ਅਤੇ ਮਾਨਸਿਕ ਯੋਗਤਾ ਦੇ ਵਿਕਾਸ ਲਈ ਸ਼੍ਰੇਣੀ ਕਮਰੇ ਦਾ ਮਾਹੌਲ ਪੂਰੀ ਤਰ੍ਹਾਂ ਲੋਕਤੰਤਰੀ ਅਤੇ ਭੈ ਮੁਕਤ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਵਾਤਾਵਰਣ ਕਾਇਮ ਕਰਨ ਵਿੱਚ ਅਧਿਆਪਕ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ। ਕ੍ਰਾਂਤਿਕ ਸਿੱਖਿਆ ਸ਼ਾਸਤਰ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਹੇਠ ਲਿਖੇ ਅਨੁਸਾਰ ਸੰਖੇਪਿਆ ਜਾ ਸਕਦਾ ਹੈ। ਅਧਿਆਪਕ ਦਾ ਸਭ ਤੋਂ ਪਹਿਲਾ ਫਰਜ਼ ਸ਼੍ਰੇਣੀ ਕਮਰੇ ਵਿੱਚ ਭੈ ਮੁਕਤ, ਨਿੱਘੇ ਅਤੇ ਦੋਸਤਾਨਾ ਮਾਹੌਲ ਦੀ ਸਿਰਜਣਾ ਕਰਨਾ ਹੈ, ਜਿਸ ਵਿੱਚ ਹਰ ਵਿਦਿਆਰਥੀ ਬਿਨਾਂ ਕਿਸੇ ਡਰ ਦੇ ਖੁੱਲ੍ਹ ਕੇ ਆਪਣੀ ਗੱਲ ਰੱਖ ਸਕੇ, ਪ੍ਰਸ਼ਨ ਉਠਾ ਸਕੇ ਅਤੇ ਸ਼੍ਰੇਣੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕੇ। ਨੰਬਰ 2, ਅਧਿਆਪਕ ਨੂੰ ਆਪਣਾ ਹਾਕਮਾਨਾ ਰਵੱਈਆ ਤਿਆਗ ਕੇ ਫਤੇਵੇ ਦੇਣ ਤੋਂ ਬਚਣਾ ਹੋਵੇਗਾ ਅਤੇ ਬੱਚਿਆਂ ਦੀ ਗੱਲ ਸੁਣਨ ਦੀ ਆਦਤ ਦਾ ਵਿਕਾਸ ਕਰਨਾ ਹੋਵੇਗਾ ਜੀ। ਨੰਬਰ 3 ਅਧਿਆਪਕ ਨੂੰ ਆਪਣੇ ਆਪ ਨੂੰ ਜਾਤੀ, ਧਰਮ, ਖੇਤਰ, ਲਿੰਗ ਅਤੇ ਵਰਗ ਆਦਿ ਦੀ ਵਿਲੰਘਣਾ ਤੋਂ ਉੱਪਰ ਉੱਠ ਕੇ ਅਜਿਹੇ ਮਸਲਿਆਂ ਪ੍ਰਤੀ ਸੰਵੇਦਨਾ ਤੋਂ ਕੰਮ ਲੈਣਾ ਪਵੇਗਾ ਜੀ। ਆਪਣੇ ਆਪ ਨੂੰ ਜਾਤੀ, ਧਰਮ ਤੋਂ ਉੱਪਰ ਉਠਾ ਕੇ ਲਿੰਗ, ਵਰਗ ਤੋਂ ਅਤੇ ਅਜਿਹੇ ਮਸਲਿਆਂ ਪ੍ਰਤੀ ਸੰਵੇਦਨਾ ਤੋਂ ਕੰਮ ਲੈਣਾ ਹੋਵੇਗਾ ਜੀ। ਨੰਬਰ 4 ਸ਼੍ਰੇਣੀ ਅਤੇ ਵਿਦਿਆਰਥੀਆਂ ਦੇ ਪ੍ਰਬੰਧ ਅਤੇ ਗਤੀਵਿਧੀਆਂ ਨਾਲ ਜੁੜੀ ਹਰ ਕਿਸਮ ਵਿੱਚ ਵਿਦਿਆਰਥੀ ਦੀ ਭੂਮਿਕਾ ਲੋਕਤੰਤਰੀ ਉਸੂਲਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਜੋ ਵੀ ਸ਼੍ਰੇਣੀ ਅਤੇ ਵਿਦਿਆਰਥੀਆਂ ਪ੍ਰਬੰਧ ਗਤੀਵਿਧੀ ਨਾਲ ਜੁੜੀ ਹਰ ਕਿਸਮ ਵਿੱਚ ਵਿਦਿਆਰਥੀ ਦੀ ਭੂਮਿਕਾ ਜੋ ਹੈ ਲੋਕਤੰਤਰੀ ਅਸੂਲਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। 5 ਅਧਿਆਪਕ ਨੂੰ ਚਾਹੀਦਾ ਕਿ ਵਿਦਿਆਰਥੀਆਂ ਵਿੱਚ ਮੁਕਾਬਲੇਬਾਜ਼ੀ ਨਾਲੋਂ ਮਿਲ ਕੇ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰੇ ਜੀ। ਮੁਕਾਬਲੇਬਾਜ਼ੀ ਨਾ ਹੋਵੇ ਵਿਦਿਆਰਥੀਆਂ ਵਿੱਚ, ਸਗੋਂ ਮਿਲ ਕੇ ਕੰਮ ਕਰਨ। ਅਧਿਆਪਕ ਨੂੰ ਵਿਦਿਆਰਥੀਆਂ ਦੀ ਸੱਭਿਆਚਾਰਕ ਅਤੇ ਸਮਾਜਿਕ ਆਰਥਿਕ ਵਿਭਿੰਨਤਾ ਨੂੰ ਸਮਝਦੇ ਹੋਏ ਜੀ ਇਸ ਦੀ ਕਦਰ ਕਰਨੀ ਚਾਹੀਦੀ ਹੈ। ਜੋ ਵੀ ਉਹਨਾਂ ਦੇ ਸਮਾਜਿਕ ਆਰਥਿਕ ਸਥਿਤੀ ਹੈ, ਵਿਭਿੰਨਤਾ ਹੈ, ਅਮੀਰ ਗਰੀਬ ਹੈ, ਉਸ ਨੂੰ ਸਮਝਦੇ ਹੋਏ ਜੀ ਉਸ ਦੀ ਕਦਰ ਕਰਨੀ ਚਾਹੀਦੀ ਹੈ। ਮਤਲਬ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਜੀ। ਨੰਬਰ 7 ਵਿਦਿਆਰਥੀਆਂ ਲਈ ਚਰਚਾ, ਸੈਮੀਨਾਰ ਅਤੇ ਕਾਰਜਸ਼ਾਲਾਵਾਂ ਦਾ ਵੱਧ ਤੋਂ ਵੱਧ ਪ੍ਰਬੰਧ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਨੂੰ ਇਹਨਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਗੰਭੀਰ ਮੁੱਦਿਆਂ ਉੱਤੇ ਪੈਦਾ ਹੋਇਆ ਕਸ਼ਮਕਸ਼ ਨੂੰ ਉਸਾਰੂ ਢੰਗ ਨਾਲ ਸੁਲਝਾਉਣ ਦੇ ਹੁਨਰ ਦਾ ਵਿਦਿਆਰਥੀਆਂ ਵਿੱਚ ਵਿਕਾਸ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਲਈ ਚਰਚਾ ਜੋ ਹੈ, ਸੈਮੀਨਾਰ ਹੈ, ਇਹਨਾਂ ਦਾ ਵੱਧ ਤੋਂ ਵੱਧ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਹਰ ਵਿਦਿਆਰਥੀ ਨੂੰ ਇਸ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਅਧਿਆਪਕ ਦਾ ਰੋਲ ਹੈ ਜੀ ਇਸ ਵਿੱਚ। ਹਾਂਜੀ, ਆਪਣਾ ਖਤਮ ਹੋ ਗਿਆ। ਫਿਰ ਇੱਕ ਵਾਰ ਥੋੜ੍ਹੀ ਰੀਡ ਕਰ ਲੈਂਦੇ ਹਾਂ ਕੀ ਪੜ੍ਹਿਆ ਅੱਜ ਆਪਾਂ। ਹਾਂਜੀ, ਵਿਗਿਆਨ ਸਿੱਖਿਆ ਦਾ ਲੋਕਤੰਤਰੀ, ਕ੍ਰਾਂਤਿਕ ਜਾਂ ਆਲੋਚਨਾਤਮਕ ਸਿੱਖਿਆ ਸ਼ਾਸਤਰ ਅਤੇ ਇਸ ਵਿੱਚ ਟੀਚਰ ਦੀ ਕੀ ਭੂਮਿਕਾ ਹੈ। ਇਹ ਕੁਐਸਚਨ ਆਊਗਾ, ਇਸ ਤਰ੍ਹਾਂ ਦਾ ਕੁਐਸਚਨ ਬਣ ਕੇ ਆਊਗਾ ਜੀ। ਵਿਗਿਆਨ ਸਿੱਖਿਆ ਦਾ ਲੋਕਤੰਤਰਿਕ ਜਾਂ ਆਲੋਚਨਾਤਮਕ ਸਿੱਖਿਆ ਸ਼ਾਸਤਰ ਕੀ ਹੈ ਅਤੇ ਇਸ ਵਿੱਚ ਟੀਚਰ ਦੀ ਕੀ ਭੂਮਿਕਾ ਹੈ। ਹਾਂਜੀ, ਇਹ ਕਿਹਨੇ ਦਿੱਤਾ ਹੈ? ਬਰਜ਼ੀਲ ਦੇ ਸਿੱਖਿਆ ਸ਼ਾਸਤਰੀ ਪੋਲੋ ਫਰੇਰੇ ਨੇ ਦਿੱਤਾ ਹੈ। ਹਾਂ, ਇੱਕ ਨੰਬਰ 'ਚ ਇਹ ਕੁਐਸਚਨ ਬਣ ਸਕਦਾ, ਇਹ ਤੁਹਾਨੂੰ ਮੈਂ ਦੱਸਣਾ ਭੁੱਲ ਗਿਆ। ਇਹ ਕ੍ਰਾਂਤਿਕ ਜਾਂ ਪ੍ਰਚੋਲਕ ਸਿੱਖਿਆ ਸ਼ਾਸਤਰ ਦਾ ਸੰਕਲਪ ਕਿਸ ਨੇ ਦਿੱਤਾ? ਪੋਲੋ ਫਰੇਰੇ ਨੇ ਦਿੱਤਾ। ਇਹ ਇੱਕ ਨੰਬਰ 'ਚ ਕੁਐਸਚਨ ਆ ਸਕਦਾ ਜੀ। ਇਹ ਕ੍ਰਾਂਤਿਕ ਦਰਸ਼ਨ ਉੱਤੇ ਆਧਾਰਿਤ ਹੁੰਦਾ ਜੀ। ਇਹ ਆਪਾਂ ਪੜ੍ਹਦੇ ਇਸ ਵੇਲੇ ਆਲੋਚਨਾਤਮਕ ਚੇਤਨਾ ਦਾ ਵਿਕਾਸ ਕਰਨਾ ਹੁੰਦਾ। ਆਲੋਚਨਾਤਮਕ ਚੇਤਨਾ ਇੱਕ ਅਜਿਹੀ ਯੋਗਤਾ ਹੁੰਦੀ ਹੈ ਜੀ ਜਿਸ ਰਾਹੀਂ ਆਪਣੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਦੀ ਪੜਚੋਲ ਕਰ ਸਕਦਾ ਵਿਅਕਤੀ। ਇਹ ਲੋਕਾਂ ਵਿੱਚ ਅਜਿਹੀ ਯੋਗਤਾ ਦਾ ਵਿਕਾਸ ਕਰਦਾ ਹੈ ਕਿ ਉਹ ਰਾਜਨੇਤਾ, ਉੱਚ ਅਧਿਕਾਰੀਆਂ ਨੂੰ ਪ੍ਰਸ਼ਨ ਕਰਨ ਅਤੇ ਸਮਾਜ ਵਿੱਚ ਜੋ ਧੱਕੇਸ਼ਾਹੀ ਹੋ ਰਹੀ ਹੈ, ਬੇਇਨਸਾਫੀ ਹੋ ਰਹੀ ਹੈ, ਭ੍ਰਿਸ਼ਟਾਚਾਰ ਹੋ ਰਿਹਾ ਜੀ, ਜੋ ਆਪਣੇ ETT ਵਿੱਚ ਵੀ ਇੱਥੇ ਹੁੰਦਾ ਹੀ, ਤੁਹਾਨੂੰ ਪਤਾ ਹੀ ਐਡਮਿਸ਼ਨਾਂ ਲੈਣ ਲਈ ਕਿੰਨਾ ਹੀ ਹੁੰਦਾ, ਉਸ ਖਿਲਾਫ ਵੀ ਆਪਾਂ ਅਵਾਇਡ ਹੋਈਏ ਜੀ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿ ਲੋਕ ਪੂਰੀ ਤਰ੍ਹਾਂ ਜਾਗਰੂਕ ਹੋਣ, ਉੱਚੇ ਇਖਲਾਕੀ ਦੇ ਧਾਰਨੀ ਹੋਣ, ਹੱਕ ਸੱਚ ਉੱਤੇ ਖੜ੍ਹਨ ਅਤੇ ਆਪਣੀ ਗੱਲ ਕਹਿਣ ਦਾ ਹੌਸਲਾ ਉਹਨਾਂ ਦੇ ਸੁਭਾਅ ਦਾ ਹਿੱਸਾ ਹੋਵੇ ਜੀ। ਫਰੇਰੇ ਦਾ ਮੰਨਣਾ ਕਿ ਇਸ ਦਾ ਮੁੱਢ ਬੰਨ੍ਹਿਆ ਜਾ ਸਕਦਾ ਜੀ, ਪਰ ਇਹ ਤਾਂ ਹੀ ਸੰਭਵ ਹੈ ਜੋ ਸ਼੍ਰੇਣੀ ਕਮਰੇ ਦਾ ਮਾਹੌਲ ਪੂਰੀ ਤਰ੍ਹਾਂ ਆਜ਼ਾਦ ਅਤੇ ਭੈ ਮੁਕਤ ਹੋਵੇ
ਜਿੱਥੇ ਹਰ ਵਿਦਿਆਰਥੀ ਬਿਨਾਂ ਕਿਸੇ ਝਿਜਕ ਦੇ ਆਪਣੀ ਗੱਲ ਕਹਿ ਸਕੇ, ਹਰ ਕੰਮ ਵਿੱਚ ਹਿੱਸਾ ਲੈ ਸਕੇ, ਪ੍ਰਸ਼ਨ ਕਰ ਸਕੇ, ਹਰ ਗਲਤ ਅਮਲ ਨੂੰ ਚੁਣੌਤੀ ਦੇ ਸਕੇ। ਸਿੱਖਿਆ ਵਿੱਚ ਇਸ ਤਰ੍ਹਾਂ ਦੇ ਅਮਲ ਨੂੰ ਪੜਚੋਲਕ ਆਲੋਚਨਾਤਮਕ ਕ੍ਰਾਂਤਿਕ ਸਿੱਖਿਆ ਸ਼ਾਸਤਰ ਦਾ ਨਾਂ ਦਿੱਤਾ ਗਿਆ ਜੀ। ਇਸ ਨੂੰ ਅਸੀਂ ਸੰਖੇਪ ਵਿੱਚ ਹੇਠ ਲਿਖੇ ਅਨੁਸਾਰ ਬਿਆਨ ਕਰ ਸਕਦੇ ਹਾਂ ਜੀ। ਕ੍ਰਾਂਤਿਕ ਸਿੱਖਿਆ ਸ਼ਾਸਤਰ ਬਾਲ ਕੇਂਦਰਿਤ ਸਿੱਖਿਆ ਸ਼ਾਸਤਰ ਹੈ ਜੀ। ਇਹ ਸਿੱਖਿਆਰਥੀਆਂ ਦੇ ਵੱਖਰੇ ਵਿਚਾਰਾਂ ਨੂੰ ਮਾਨਤਾ ਦਿੰਦਾ ਹੋਇਆ ਖੁੱਲ੍ਹਦਿਲੀ ਦੁਆਰਾ ਸਮੂਹਿਕ ਫੈਸਲੇ ਲੈਣ ਵਿੱਚ ਸਹਾਇਤਾ ਕਰਦਾ ਹੈ। ਇਹ ਵਿਦਿਆਰਥੀ ਦੀ ਆਲੋਚਨਾਤਮਕ ਸੋਚ ਅਤੇ ਲੋਕਤੰਤਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਅਧਿਆਪਕ ਦੇ ਤਾਨਾਸ਼ਾਹੀ ਰਵੱਈਏ ਨੂੰ ਨਕਾਰਦਾ ਹੀ ਸ਼ਕਤੀਆਂ ਦੀ ਵੰਡ ਸਾਂਝੀ ਤੌਰ ਉੱਤੇ ਕਰਦਾ ਹੀ। ਇਹ ਸਿੱਖਿਆ ਸ਼ਾਸਤਰ ਉਹ ਹੈ ਜਿਹੜਾ ਸਿੱਖਿਆਰਥੀਆਂ ਦੇ ਅਨੁਭਵਾਂ ਅਤੇ ਸਹਿਜ ਗਿਆਨ ਨੂੰ ਮਹੱਤਵ ਦਿੰਦਾ ਜੀ। ਇਸ ਦੇ ਜੋ ਪੁਆਇੰਟ ਹਨ, ਸ਼੍ਰੇਣੀ ਕਮਰੇ ਵਿੱਚ ਸੰਮਿਲਿਤ ਸਿੱਖਣ ਦੇ ਅਧਿਆਪਕ ਸਵੇਗਾ ਅਨੁਭਵਾਂ ਨੂੰ ਮਹੱਤਵਪੂਰਨ ਥਾਂ ਦਿੰਦਾ ਜੀ। ਵਿਦਿਆਰਥੀਆਂ ਦੇ ਅਨੁਭਵ ਦੇ ਸਹਿਜ ਗਿਆਨ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਜੀ। ਕਹਿੰਦੇ ਸਿੱਖਿਆਰਥੀ ਜੋ ਕੁਝ ਵੀ ਸਕੂਲ ਤੋਂ ਬਾਹਰ ਸਿੱਖਦੇ ਹਨ ਉਸ ਨੂੰ ਵੀ ਪਾਠਕ੍ਰਮ ਵਿੱਚ ਜੋੜਨ ਦਾ ਯਤਨ ਕਰਨਾ ਚਾਹੀਦਾ ਜੀ। ਵਿਦਿਆਰਥੀ ਆਪਣੀ ਲੋੜ ਅਤੇ ਸਥਿਤੀਆਂ ਦੇ ਪੜਚੋਲੀ ਪ੍ਰੇਖਕ ਹੁੰਦੇ ਆ ਜੀ। ਉਹਨਾਂ ਦੀ ਸਿੱਖਿਆ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸਰਗਰਮ ਹਿੱਸੇਦਾਰੀ ਨੂੰ ਬਣਾਉਣਾ ਚਾਹੀਦਾ ਜੀ, ਤਾਂ ਕਿ ਉਹ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸੇ ਲੈ ਸਕਣ। ਭੈ ਰਹਿਤ ਮਾਹੌਲ ਹੋਣਾ ਚਾਹੀਦਾ ਜੀ, ਇੱਕ ਦੂਜੇ ਨੂੰ ਜਾਣਨਾ ਚਾਹੀਦਾ ਅਧਿਆਪਕ ਅਤੇ ਵਿਦਿਆਰਥੀਆਂ ਨੂੰ। 6 ਪੁਆਇੰਟ 'ਚ ਆਪਾਂ ਗੱਲ ਕੀਤੀ, ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਵੱਖ-ਵੱਖ ਸਰੋਤਾਂ ਤੋਂ ਗਿਆਨ ਪ੍ਰਾਪਤ ਗਿਆਨ ਦੀ ਤੁਲਨਾ ਕਰਨ, ਇਸ ਬਾਰੇ ਸੋਚਣ ਅਤੇ ਇਸ ਉੱਤੇ ਪ੍ਰਸ਼ਨ ਕਰਨ ਜੀ। 7 ਪੁਆਇੰਟ 'ਚ ਆਪਾਂ ਕੀਤਾ ਗਿਆਨ ਦੇ ਵੱਖ-ਵੱਖ ਮਾਧਿਅਮ ਜਿਵੇਂ ਸਾਹਿਤ, ਅਖਬਾਰ, ਟੈਲੀਵਿਜ਼ਨ ਆਦਿ ਦੀ ਵਰਤੋਂ ਸਿੱਖਿਆਰਥੀਆਂ ਵਿੱਚ ਗਤੀਸ਼ੀਲ ਅੰਤਰਕਿਰਿਆ ਲਈ ਕਰਨੀ ਚਾਹੀਦੀ। 8 ਪੁਆਇੰਟ 'ਚ ਕ੍ਰਾਂਤਿਕ ਸਿੱਖਿਆ ਸ਼ਾਸਤਰ ਅਜਿਹਾ ਸ਼ਾਸਤਰ ਹੈ ਜਿਸ ਵਿੱਚ ਲਿੰਗ ਭੇਦ, ਜਾਤੀ ਦੇ ਪ੍ਰਤੀ ਸੰਵੇਦਨਸ਼ੀਲ ਹੈ ਜੀ। ਇਹਨਾਂ ਬਾਰੇ ਖਿਲਾਫ ਉਠਾਉਂਦਾ ਹੈ ਜੀ, ਇਹ ਕਿਉਂ ਇਹ ਸਭ ਕੁਛ ਹੁੰਦਾ ਹੈ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਜੀ ਕ੍ਰਾਂਤਿਕ ਸਿੱਖਿਆ ਸ਼ਾਸਤਰ ਵਿਦਿਆਰਥੀਆਂ ਨੂੰ ਉਹਨਾਂ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਨੈਤਿਕ ਪੱਖਾਂ ਬਾਰੇ ਪੜਚੋਲਕ ਚਿੰਤਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਸਮਾਜਿਕ ਮਸਲਿਆਂ ਉੱਤੇ ਵੱਖਰੇ ਵੱਖਰੇ ਵਿਚਾਰਾਂ ਨੂੰ ਸਵੀਕਾਰਦਾ ਹੈ। ਅੰਤਰਕਿਰਿਆ ਦੇ ਲੋਕਤੰਤਰੀ ਰੂਪ ਲਈ ਵਚਨਬੱਧ ਹੈ। ਪੜਚੋਲਕ ਸਿੱਖਿਆ ਸ਼ਾਸਤਰ ਅਤੇ ਅਧਿਆਪਕ ਦੀ ਭੂਮਿਕਾ ਇਸ ਵਿੱਚ। ਸਿੱਖਿਆ ਗਤੀਸ਼ੀਲ ਪ੍ਰਕਿਰਿਆ ਜੀ, ਸਮੇਂ ਦੇ ਬੀਤਣ ਨਾਲ ਇਸ ਵਿੱਚ ਤਬਦੀਲੀਆਂ ਵਾਪਰਦੀਆਂ ਹਨ। ਕਿਸੇ ਵੀ ਦੇਸ਼ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਹਾਲਾਤ ਇਸ ਤਬਦੀਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਵੇਂ ਜਿਵੇਂ ਸਿੱਖਿਆ ਦੇ ਉਦੇਸ਼, ਢੰਗ, ਤਰੀਕੇ, ਤਕਨੀਕਾਂ ਬਦਲਦੀਆਂ ਹਨ, ਉਸੇ ਤਰ੍ਹਾਂ ਅਧਿਆਪਕ ਦੀ ਭੂਮਿਕਾ ਵੀ ਬਦਲਦੀ ਰਹੀ ਹੈ ਜੀ। ਦੇਸ਼ ਵਿੱਚ ਪ੍ਰਚਲਿਤ ਦਾਰਸ਼ਨਿਕ ਰਵਾਇਤਾਂ ਅਤੇ ਕਦਰਾਂ ਕੀਮਤਾਂ ਅਨੁਸਾਰ ਸਿੱਖਿਆ ਦਾ ਸਰੂਪ ਅਤੇ ਇਸ ਨਾਲ ਜੁੜੇ ਲੋਕਾਂ ਦੀ ਭੂਮਿਕਾ ਬਦਲਦੀ ਰਹੀ ਹੈ। ਇਸ ਵਿੱਚ ਅਧਿਆਪਕ ਦੀ ਭੂਮਿਕਾ ਵੀ ਲਗਾਤਾਰ ਬਦਲ ਰਹੀ ਹੈ ਜੀ। ਅਧਿਆਪਕ ਦੀ ਜੋ ਭੂਮਿਕਾ ਹੈ ਉਹ ਇਸ ਤਰ੍ਹਾਂ ਹੈ, ਅਧਿਆਪਕ ਆਪਣੀ ਧੱਕੇਸ਼ਾਹੀ ਜੋ ਹੋ ਰਹੀ ਹੈ, ਨਾ ਬਰਾਬਰੀ ਹੈ, ਉਸ ਖਿਲਾਫ ਭੂਮਿਕਾ ਅਦਾ ਕਰ ਸਕਦਾ ਜੀ ਬੋਲ ਕੇ। ਅਤੇ ਅਧਿਆਪਕ ਦੀ ਭੂਮਿਕਾ ਜੋ ਇਸ ਤਰ੍ਹਾਂ ਅਨੁਸਾਰ ਹੈ ਜੀ। ਅਧਿਆਪਕ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਸ਼੍ਰੇਣੀ ਕਮਰੇ ਵਿੱਚ ਭੈ ਮੁਕਤ ਅਤੇ ਦੋਸਤਾਨਾ ਮਾਹੌਲ ਬਣਾਇਆ ਜਾਵੇ, ਸਿਰਜਿਆ ਜਾਵੇ, ਜਿਸ ਵਿੱਚ ਹਰ ਵਿਦਿਆਰਥੀ ਬਿਨਾਂ ਡਰ ਤੋਂ ਪ੍ਰਸ਼ਨ ਪੁੱਛ ਸਕੇ। ਅਧਿਆਪਕ ਨੂੰ ਆਪਣਾ ਹਾਕਮਾਨਾ ਰਵੱਈਆ ਤਿਆਗ ਕੇ ਫਾਤਵੇ ਦੇਣ ਤੋਂ ਬਚਣਾ ਹੋਵੇਗਾ ਅਤੇ ਬੱਚਿਆਂ ਦੀ ਗੱਲ ਸੁਣਨ ਦੀ ਆਦਤ ਦਾ ਵਿਕਾਸ ਕਰਨਾ ਪਵੇਗਾ ਜੀ। ਅਧਿਆਪਕ ਨੂੰ ਆਪਣੇ ਆਪ ਨੂੰ ਜਾਤੀ, ਧਰਮ, ਖੇਤਰ, ਲਿੰਗ ਆਦਿ ਤੋਂ ਉੱਪਰ ਉਠਾ ਕੇ ਅਜਿਹੇ ਮੁੱਦਿਆਂ ਪ੍ਰਤੀ ਆਵਾਜ਼ ਉਠਾਉਣੀ ਪਊਗੀ, ਸੰਵੇਦਨਾ ਦਾ ਕੰਮ ਲੈਣਾ ਪਵੇਗਾ। ਸ਼੍ਰੇਣੀ ਅਤੇ ਵਿਦਿਆਰਥੀਆਂ ਦੇ ਪ੍ਰਬੰਧ ਅਤੇ ਗਤੀਵਿਧੀਆਂ ਨਾਲ ਜੁੜੀ ਹਰ ਕਿਸਮ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਲੋਕਤੰਤਰੀ ਅਸੂਲਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਜੀ। ਅਧਿਆਪਕ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਵਿੱਚ ਮੁਕਾਬਲੇਬਾਜ਼ੀ ਨਾਲੋਂ ਮਿਲ ਕੇ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰੇ ਜੀ। ਅਧਿਆਪਕ ਨੂੰ ਵਿਦਿਆਰਥੀਆਂ ਦੀ ਸੱਭਿਆਚਾਰਕ ਅਤੇ ਸਮਾਜਿਕ ਆਰਥਿਕ ਵਿਭਿੰਨਤਾ ਨੂੰ ਸਮਝਦੇ ਹੋਏ ਇਸ ਦੀ ਕਦਰ ਕਰਨੀ ਚਾਹੀਦੀ ਹੈ ਜੀ। ਵਿਦਿਆਰਥੀਆਂ ਲਈ ਚਰਚਾ, ਸੈਮੀਨਾਰ, ਕਾਰਜਸ਼ਾਲਾਵਾਂ ਦਾ ਵੱਧ ਤੋਂ ਵੱਧ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਭਾਗ ਲੈਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਜੀ। ਇਹ ਆਪਣੀ ਕਲਾਸ ਇੱਥੇ ਖਤਮ ਹੋ ਗਈ। ਇਸ ਤੋਂ ਬਾਅਦ ਆਪਣੀ ਇੱਕ ਲਾਸਟ ਕਲਾਸ ਬਚੀ ਹੈ ਜੀ, ਅਤੇ ਇੱਕ ਹੋਰ ਕਲਾਸ ਤੁਹਾਨੂੰ ਮੈਂ ਕਰਾ ਦੇਵਾਂਗੇ ਜਿਸ ਵਿੱਚ ਸੋਲਵਡ ਪੇਪਰ ਕਰਾਵਾਂਗੇ ਜੀ। ਅਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਜੀ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ETT ਫਸਟ ਔਰ ਸੈਕਿੰਡ ਈਅਰ ਦੇ ਅਗਰ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ ਫਸਟ ਔਰ ਸੈਕਿੰਡ ਈਅਰ ਦੇ ਹਰ ਸਬਜੈਕਟ ਦੀਆਂ ਵੀਡੀਓ ਇੱਥੇ ਮਿਲ ਜਾਣਗੀਆਂ, ਵੀਡੀਓ ਲੈਕਚਰ ਮਿਲ ਜਾਣਗੇ ਜੀ। ਥੈਂਕ ਯੂ ਜੀ।